सतनाम श्री वाहिगुरु साहिब जीओ। भुगत ज्ञान दया भंडारन, घट घट वाजे नाद। आप नाथ नाती सब जां की, रिद्ध सिद्ध अवरा साध। संजोग विजोग दोए कार चलावें, लेखे आवे भाग। आदेश तिसै आदेश, आद अनील अनाद अनाहत। जुग जुग एको वेश, आदेश तिसै आदेश। आद अनील अनाद अनाहत, जुग जुग एको वेश। जुगो जुग अटल धन गुरु ग्रंथ साहिब जी महाराज सच्चे पातशाह। आओ जी उन्हां दा पावन ध्यान धरिए ਅਤੇ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਨੂੰ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਪਿਆਰ ਨਾਲ ਸਾਰੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਾਡੇ ਕੋਲ ਜਪਜੀ ਸਾਹਿਬ ਦੀ ਮਹਾਨ ਪਾਵਨ ਬਾਣੀ ਦੀ 29 ਨੰਬਰ ਪੌੜੀ ਮੌਜੂਦ ਹੈ, ਜਿਸ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਜੋਗੀਆਂ ਨੂੰ ਇੱਕ ਸੱਚ ਦੀ ਵਿਚਾਰ ਦੇ ਨਾਲ ਜੋੜਿਆ ਤੇ ਉਹ ਵਿਚਾਰ ਦੁਨੀਆ ਦੇ ਹਰੇਕ ਪ੍ਰਾਣੀ ਦੇ ਲਈ ਸਰਬ ਸਾਂਝੀ ਹੈ। ਅੱਜ ਦੀ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡੀ ਬਖਸ਼ਿਸ਼ ਇਸ ਸੰਸਾਰ ਦੇ ਉੱਤੇ ਕੀਤੀ ਹੈ। ਇੱਕ ਐਸਾ ਉਪਦੇਸ਼ ਦਿੱਤਾ ਹੈ ਸਾਨੂੰ ਜਿਹੜਾ ਕਿ ਦੁਨੀਆ ਦੇ ਹਰ ਇੱਕ ਪ੍ਰਾਣੀ ਮਾਤਰ ਦੇ ਲਈ ਸਰਬ ਸਾਂਝਾ ਹੈ, ਜਿਹਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਸਿੱਖ ਨੇ ਆਪਣੇ ਜੀਵਨ ਦਾ ਲੈਵਲ ਹੋਰ ਉੱਚਾ ਕਰਨਾ ਹੈ ਤੇ ਆਪਣੇ ਜੀਵਨ ਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ ਹੈ। ਇੱਕ ਚੀਜ਼ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਨਾਲ ਨਾਲ ਦੱਸਣ ਦੀ, ਔਰ ਮੇਰਾ ਖਿਆਲ ਹੈ ਕਿ ਆਪਾਂ ਉਸ ਚੀਜ਼ ਨੂੰ ਸਮਝ ਕੇ ਚੱਲਾਂਗੇ ਕਿ ਜਪਜੀ ਸਾਹਿਬ ਦਾ ਮੇਨ ਭਾਵ ਇਹ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚੋਂ ਜਿਹੜੀਆਂ ਘਾਟਾਂ ਨੇ, ਜਿਹੜੀਆਂ ਕਮੀਆਂ ਨੇ, ਉਹ ਦੂਰ ਕਰਨੀਆਂ ਨੇ। ਤੇ ਕਿੱਦਾਂ ਕਰਨੀਆਂ ਨੇ, ਉਹਦੇ ਲਈ ਯੋਗ ਤਰੀਕਾ ਕੀ ਹੈ, ਉਹ ਨਾਲ ਨਾਲ ਆਪਾਂ ਦੱਸਦੇ ਵੀ ਆ ਰਹੇ ਹਾਂ। ਸਤਿਗੁਰੂ ਦੀ ਪੌੜੀ ਦਰ ਪੌੜੀ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਜਿਹੜੀ ਝੂਠ ਦੀ ਦੀਵਾਰ ਬਣੀ ਹੈ ਸਾਡੇ ਵਿੱਚ ਤੇ ਰੱਬ ਦੇ ਵਿਚਕਾਰ, ਉਹ ਤਿਆਰ ਕਿਹਨੇ ਕੀਤੀ ਹੈ? ਬੰਦੇ ਨੇ ਖੁਦ। ਬੰਦੇ ਦੀਆਂ ਖੁਦਗਰਜ਼ੀਆਂ ਨਾਲ ਬੰਦੇ ਦੇ ਝੂਠ ਦੀ ਇੱਕ ਦੀਵਾਰ ਤਿਆਰ ਹੋ ਗਈ। ਜੋ ਬੰਦੇ ਨੇ ਰਾਤ ਦਿਨ ਇੱਕ ਕਰਕੇ ਇਕੱਤਰ ਕੀਤਾ ਹੈ ਝੂਠ, ਇਕੱਤਰ ਕੀਤਾ ਹੈ ਪਾਪ, ਜੋ ਖਾਮੀਆਂ ਨੇ ਸਾਡੇ ਜੀਵਨ ਦੀਆਂ ਉਹ ਇਕੱਠੀਆਂ ਹੋ ਗਈਆਂ, ਉਹਦੇ ਤੋਂ ਇੱਕ ਮੋਟੀ ਪਰਤ ਬਣ ਗਈ। ਹੁਣ ਉਸ ਪਰਤ ਦੇ ਉਰਲੇ ਪਾਸੇ ਅਸੀਂ ਆ, ਪਰਲੇ ਪਾਸੇ ਪਰਮਾਤਮਾ ਹੈ। ਇਹਦਾ ਮਤਲਬ ਇਹ ਨਹੀਂ ਕਿ ਵਾਹਿਗੁਰੂ ਜਿਹੜਾ ਹੈ ਉਰਲੇ ਪਾਸੇ ਨਹੀਂ ਹੈ। ਇਹਦਾ ਮਤਲਬ ਹੈ ਕਿ ਪਰਮਾਤਮਾ ਜਿਹੜਾ ਹੈ ਉਹਨੂੰ ਅਸੀਂ ਢੱਕਣ ਪਾ ਕੇ ਢੱਕਿਆ ਹੋਇਆ ਹੈ। ਹੰਕਾਰ ਦੀ ਮਾਤਰਾ ਜ਼ਿਆਦਾ ਵੱਧ ਗਈ ਹੈ ਜੀਵਨ ਦੇ ਵਿੱਚ, ਹਉਮੈ ਜ਼ਿਆਦਾ ਆ ਗਈ ਹੈ ਲਾਈਫ ਦੇ ਵਿੱਚ, ਤੇ ਗੁਰੂ ਦੀ ਗੱਲ ਨੂੰ ਅਸੀਂ ਫੋਲੋ ਕਰਨਾ ਬੰਦ ਕਰ ਦਿੱਤਾ। ਐਗਜ਼ਾਮਪਲ ਦੇਣਾ ਮੈਂ ਇੱਥੇ ਇੱਕ, ਜਦੋਂ ਲਾਲਟੈਨ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਦੀਵਾ ਜਗਾਇਆ ਜਾਂਦਾ ਹੈ, ਮੋਮਬੱਤੀ ਜਗਾਈ ਜਾਂਦੀ ਹੈ ਤੇ ਆਸੇ-ਪਾਸੇ ਉਹਦੇ ਸ਼ੀਸ਼ਾ ਹੁੰਦਾ ਹੈ। ਇੱਕ ਟਾਈਮ ਆਉਂਦਾ ਹੈ ਜਦੋਂ ਲਾਈਟ ਅੰਦਰ ਜਗਦੀ ਰਹਿਣ ਦੇ ਨਾਲ ਸ਼ੀਸ਼ੇ ਦੇ ਉੱਤੇ ਧੂੰਆਂ ਜੰਮ ਜਾਂਦਾ ਹੈ, ਕਾਲਖ ਜੰਮ ਜਾਂਦੀ। ਜੇ ਤਾਂ ਉਸ ਕਾਲਖ ਨੂੰ ਨਾ ਲਾਇਆ ਜਾਏ, ਭਾਵ ਨੂੰ ਸਾਫ਼ ਨਾ ਕੀਤਾ ਜਾਏ, ਅੰਦਰ ਦਾ ਹਨੇਰਾ ਬਾਹਰ ਨਹੀਂ ਆਉਂਦਾ ਕਦੇ ਵੀ, ਅੰਦਰ ਹੀ ਰਹਿੰਦਾ, ਕੈਦ ਹੋ ਜਾਂਦਾ ਹੈ ਉਹ। ਜਦੋਂ ਆਪਾਂ ਉਸ ਕਾਲਖ ਨੂੰ ਸਾਫ਼ ਕਰਦੇ ਰਹਿੰਦੇ ਹਾਂ, ਲਾਲਟੈਨ ਸਾਫ਼ ਕਰਦੇ ਰਹਿੰਦੇ ਹਾਂ, ਤੇ ਕੀ ਹੁੰਦਾ ਹੈ? ਅੰਦਰ ਦਾ ਪ੍ਰਕਾਸ਼ ਬਾਹਰ ਆ ਜਾਂਦਾ ਹੈ। ਇੱਦਾਂ ਹੀ ਸਾਡਾ ਮਨ ਹੈ, ਜਿਹਦੇ ਬਾਰੇ ਗੁਰਬਾਣੀ ਕਹਿੰਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆਸ਼ਾ। ਬਹੁਤ ਕਾਲਖ ਹੈ ਇਸ ਮਨ ਦੇ ਉੱਤੇ, ਜਿਹੜੀ ਕਿ ਅਸੀਂ ਇਕੱਠੀ ਕਰੀ ਜਾਂਦੇ ਹਾਂ, ਲੇਕਿਨ ਅਸੀਂ ਇਹਨੂੰ ਧੋਣ ਦਾ ਯਤਨ ਨਹੀਂ ਕਰਦੇ। ਜਿਵੇਂ ਕੋਲ੍ਹੂ ਨੂੰ ਸਾਫ਼ ਕਰਨ ਵਾਲੀ ਜਿਹੜੀ ਲੀਰ ਹੁੰਦੀ ਹੈ ਨਾ, ਮਸ਼ੀਨਾਂ ਨੂੰ ਸਾਫ਼ ਕਰਨ ਵਾਲੇ ਜਿਹੜੇ ਕੱਪੜੇ ਹੁੰਦੇ ਨੇ, ਉਹ ਇੰਨੇ ਕਾਲੇ ਹੋ ਜਾਂਦੇ ਨੇ ਕਿ ਉਹਨਾਂ ਨੂੰ ਰਗੜ ਰਗੜ ਕੇ ਧੋਣ ਦੇ ਨਾਲ ਵੀ ਉਹਨਾਂ ਦੀ ਕਲਖ ਨਹੀਂ ਲੱਥਦੀ। ਕੁਝ ਇਸ ਤਰ੍ਹਾਂ ਦਾ ਸਾਡਾ ਮਾਈਂਡ ਹੋ ਗਿਆ, ਮਨ ਹੋ ਗਿਆ। ਹੁਣ ਮਨ ਨੂੰ ਐਦਾਂ ਵਾਸ਼ ਕੀਤਾ ਗਿਆ, ਜਿਵੇਂ ਸਿੱਖ ਹੈ, ਸਿੱਖ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਨਹੀਂ ਸੀ। ਜੇ ਪਹਿਲ ਤੋਂ ਆਪਾਂ ਗੱਲ ਕਰੀਏ, ਸਿੱਖ ਕਦੇ ਵੀ ਗੁਰੂ ਤੋਂ ਬਾਹਰ ਨਹੀਂ ਸੀ ਜਾਂਦਾ। ਸਿੱਖ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰਿਥੀ ਚੰਦ ਨੇ, ਸਿੱਖ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਧੀਰ ਮੱਲੀਆਂ ਵੱਲੋਂ, ਸਿੱਖ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਰਾਮ ਰਾਏ ਵੱਲੋਂ, ਭਾਵੇਂ ਕਿ ਸਾਰਿਆਂ ਵਿੱਚ ਸਿੱਖਾਂ ਦਾ ਖੂਨ ਸੀ, ਗੁਰੂ ਸਾਹਿਬਾਨਾਂ ਨਾਲ ਰਿਲੇਟਡ ਸੀ, ਗੁਰੂ ਸਾਹਿਬਾਨਾਂ ਦੇ ਸਾਹਿਬਜ਼ਾਦੇ ਸੀ, ਪਰ ਫਿਰ ਵੀ ਇਹ ਆਪਣੇ ਅੰਦਰ ਇੱਕ ਇਦਾਂ ਦੀ ਵਿਚਾਰ ਪੈਦਾ ਕਰਕੇ ਬਹਿ ਗਏ ਕਿ ਅਸੀਂ ਹੀ ਅਸੀਂ ਆ, ਆਪਾਂ ਗੁਰੂ ਨੂੰ ਫੋਲੋ ਨਹੀਂ ਕਰਦੇ।
ਗੁਰੂ ਨੂੰ ਨਹੀਂ ਮੰਨਦੇ। ਪਰ ਸਤਿਗੁਰੂ ਇੱਕ ਐਸਾ ਸ਼ਬਦ ਹੈ ਜਿਹੜਾ ਇਨਸਾਨ ਦਾ ਹਨੇਰਾ ਦੂਰ ਕਰਦਾ ਹੈ। ਪਰ ਜੇਕਰ ਕੋਈ ਵੀ ਇਨਸਾਨ ਆਪਣੇ ਨਾਮ ਨਾਲ ਗੁਰੂ ਜੋੜ ਲਏ, ਜਿਵੇਂ ਕਿ ਅੱਜ ਦੇ ਹਾਲਾਤ ਬਣੇ ਨੇ, ਹਰ ਬੰਦਾ ਜਿਹੜਾ ਨੋਰਮਲ, ਹਰ ਬੰਦਾ ਚਲਾਕ ਆਪਣੇ ਨਾਮ ਨਾਲ ਗੁਰੂ ਜੋੜ ਕੇ ਬੈਠਾ ਹੈ ਤੇ ਉਹਨੂੰ ਲੋਕ ਮੰਨੀ ਜਾ ਰਹੇ ਨੇ ਦੇਹ ਤਰੀ ਦੀ। ਜੇ ਪਿਓ ਮਰਦਾ ਹੈ ਤੇ ਪਤਨੀ ਗੁਰੂ ਬਣ ਜਾਂਦੀ ਹੈ, ਪਤਨੀ ਮਰਦੀ ਤੇ ਗਾਂ, ਧੀਆਂ, ਬੱਚੇ ਗੁਰੂ ਬਣ ਜਾਂਦੇ ਆ, ਔਰ ਗੱਦੀ ਚੱਲਦੀ ਜਾ ਰਹੀ ਹੈ। ਜਿਹੜੀਆਂ ਭੇਡਾਂ ਹੁੰਦੀਆਂ ਨੇ, ਮੂਰਖ ਲੋਕ ਹੁੰਦੇ ਨੇ, ਉਹ ਉਹਨਾਂ ਨੂੰ ਲਗਾਤਾਰ ਮੱਥੇ ਟੇਕੀ ਜਾ ਰਹੇ ਨੇ, ਕਦੇ ਮਾਮਾ, ਕਦੇ ਭਾਣਜਾ, ਕਦੇ ਭਤੀਜੇ, ਕਦੇ ਧੀਆਂ ਪੁੱਤਰ, ਇਹ ਚੱਲਦਾ ਰਹਿਣਾ। ਕਿਉਂਕਿ ਦੇਹਧਾਰੀ ਨੂੰ ਆਖਦੇ ਲੋਕ ਬਾਬਾ ਮਰ ਜਾਏ ਤਾਂ ਨਵਾਂ ਬਣਾਉਂਦੇ ਨੇ, ਔਰ ਇਹ ਰੂਟੀਨ ਚੱਲੀ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਨਾਲ ਜਿਹੜਾ ਸਤਿਗੁਰੂ ਸ਼ਬਦ ਜੁੜਿਆ ਹੈ, ਉਹਦਾ ਬੜਾ ਮਾਇਨਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਸੁਣਦੇ ਨੇ, ਸਾਨੂੰ ਗਿਆਨ ਦਿੰਦੇ ਨੇ ਔਰ ਸਾਨੂੰ ਸਮਝ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿ ਜੀਵਨ ਵਿੱਚ ਕੀ ਕਰਨਾ ਹੈ, ਪੜ੍ਹੋ, ਵਿਚਾਰੋ ਤੇ ਜੀਵਨ ਨੂੰ ਅਗਾਂਹ ਚਲਾਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿੱਥੇ ਕੁਝ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕੀਤਾ, ਉੱਥੇ ਨਾਲ ਦੀ ਨਾਲ ਜਿਹੜੇ ਸਿੱਖ ਸਨ ਉਹਨਾਂ ਨੇ ਉਹਨਾਂ ਨੂੰ ਜਿਹੜਾ ਸੀ ਉਹ ਪਛਾੜ ਦਿੱਤਾ ਸੀ। ਕੁਝ ਭੁੱਲੇ ਭਟਕੇ ਨਾਲ ਜੁੜੇ ਨੇ, ਪਰ ਬਹੁਤਾਂਤ ਸਿੱਖਾਂ ਦੀ ਜਿਹੜੀ ਗਿਣਤੀ ਸੀ ਉਹਨਾਂ ਨੇ ਗੁਰੂ ਨੂੰ ਹੀ ਫੋਲੋ ਕੀਤਾ, ਉਹਨਾਂ ਨੂੰ ਨਕਾਰ ਦਿੱਤਾ। ਇੱਥੋਂ ਤੱਕ ਕਿ ਅੱਜ ਸਿੱਖ ਰਹਿਤ ਮਰਿਆਦਾ 'ਚ ਵਿਸ਼ੇਸ਼ ਤੌਰ ਤੇ ਲਿਖਿਆ ਵੀ ਉਹਨਾਂ ਦੇ ਮੱਥੇ ਨਹੀਂ ਲੱਗਣਾ, ਉਹਨਾਂ ਦੇ ਪਿੱਛੇ ਨਹੀਂ ਜਾਣਾ। ਤੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਬਾਣੀ ਹੈ ਉਹ ਸਾਡੇ ਲਈ ਸਤਿਕਾਰਯੋਗ ਹੈ, ਕਿਉਂਕਿ ਉਹਨੂੰ ਪੜ੍ਹਨ ਦੇ ਨਾਲ ਹੀ ਜੀਵਨ 'ਚ ਪ੍ਰਕਾਸ਼ ਆਉਣਾ ਹੈ। ਇਹ ਯਾਦ ਰੱਖਿਓ, ਇਹ ਹਰ ਇੱਕ ਸਿੱਖ ਲਈ ਜ਼ਰੂਰੀ ਹੈ। ਪਹਿਲਾਂ ਸਿੱਖ ਬੜੇ ਪੱਕੇ ਹੁੰਦੇ ਸੀ, ਅੱਜ ਦੇ ਸਿੱਖਾਂ ਵਿੱਚ ਪੱਕਿਆਈ ਨਹੀਂ, ਇੱਕ ਕਚਿਆਈ ਆ ਗਈ। ਜਿਵੇਂ ਸਿਆਣੇ ਕਹਿੰਦੇ ਗੁਰਦੁਆਰੇ ਪੱਕੇ ਹੋ ਗਏ, ਸਿੱਖ ਕੱਚੇ ਹੋ ਗਏ। ਸਿੱਖ ਹਰ ਇੱਕ ਦੇ ਪਿੱਛੇ ਲੱਗਦੇ ਨੇ, ਹਰ ਇੱਕ ਦੇ ਪਿਛਲੱਗ ਬਣ ਜਾਂਦੇ ਨੇ, ਲੇਕਿਨ ਆਪਣੇ ਗੁਰੂ ਦੀ ਗੱਲ ਨੂੰ ਸਹੀ ਮਾਇਨੇ 'ਚ ਸਮਝਣ ਤੋਂ ਅਵੇਸਲੇ ਹੋ ਗਏ ਨੇ ਸਿੱਖ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪੌੜੀ 'ਚ ਸਿੱਧਾਂ ਨੂੰ ਜਿਹੜੀ ਗੱਲ ਸਮਝਾਈ, ਉਹ ਕੱਲੀ ਸਿੱਧਾਂ ਲਈ ਨਹੀਂ, ਉਹ ਸਾਡੇ ਲਈ ਵੀ ਹੈ। ਸਤਿਗੁਰੂ ਨੇ ਕਿਹਾ, ਪਹਿਲਾਂ ਤਾਂ ਮੈਂ ਦੱਸ ਦਵਾਂ ਤੁਹਾਨੂੰ ਕਿ ਗੁਰੂ ਨਾਨਕ ਸਾਹਿਬ ਸਿੱਧਾਂ ਵਿੱਚ ਬੈਠੇ ਨੇ। ਉਹਨਾਂ ਨੇ ਕੀ ਵੇਖਿਆ ਕਿ ਸਿੱਧਾਂ ਨੇ ਇੱਕ ਚੂਰਮਾ ਤਿਆਰ ਕੀਤਾ ਹੈ, ਇੱਕ ਭਾਂਡੇ ਦੇ ਵਿੱਚ ਪਾਇਆ। ਭਾਂਡੇ ਵਿੱਚ ਪਾਉਣ ਤੋਂ ਬਾਅਦ ਇੱਕ ਜਾਣੇ ਦੀ ਡਿਊਟੀ ਲੱਗੀ ਹੈ, ਜਿਹੜਾ ਵਰਤਾਵਾ ਹੈ, ਉਹਦੇ ਗਲ ਦੇ ਵਿੱਚ ਇੱਕ ਵਾਜਾ ਹੈ, ਇੱਕ ਨਾਦੀ ਹੈ। ਉਹਨੇ ਉਸ ਨਾਦੀ ਨੂੰ ਵਜਾਇਆ, ਭਾਵ ਕਿ ਇੱਕ ਆਵਾਜ਼ ਨਿਕਲੀ ਹੈ ਇੱਕ ਹੌਰਨ ਦੀ ਤਰ੍ਹਾਂ, ਤੇ ਸਾਰੇ ਜਿਹੜੇ ਸਿੱਧ ਸਨ ਉਹ ਇਕੱਠੇ ਹੋ ਗਏ। ਉਹਨਾਂ ਨੇ ਚੂਰਮਾ ਕੱਲੇ ਨੂੰ ਵਰਤਾ ਦਿੱਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੇ ਤੋਂ ਇੱਕ ਚੀਜ਼ ਲੈ ਲਈ ਬੜੀ ਸੋਹਣੀ, ਤੇ ਸਤਿਗੁਰੂ ਨੇ ਉਹਨਾਂ ਨੂੰ ਸਮਝਾਇਆ ਵੀ। ਜਦੋਂ ਸਾਰੇ ਨੇ ਚੂਰਮਾ ਖਾ ਲਿਆ, ਫਿਰ ਸਤਿਗੁਰੂ ਨੇ ਇਕੱਠਿਆਂ ਕੀਤਾ, ਸਮਝਾਇਆ ਵੀ। ਕਹਿੰਦੇ ਦੇਖੋ, ਧਿਆਨ ਮਾਰ ਕੇ ਦੇਖਿਓ, ਭੁਗਤ ਗਿਆਨ, ਜੇ ਆਹ ਚੂਰਮਾ ਤੁਸੀਂ ਖਾਂਦੇ ਹੋ, ਅੱਜ ਕੱਲਾ ਚੂਰਮਾ ਖਾਣ ਨਾਲ ਜੋਗੀ ਨਹੀਂ ਬਣ ਜਾਈਦਾ। ਸਤਿਗੁਰੂ ਨੇ ਕਿਹਾ, ਕਹਿੰਦੇ ਭੁਗਤ ਗਿਆਨ, ਚੂਰਮਾ ਭੁਗਤ ਗਿਆਨ, ਗਿਆਨ ਭਾਵ ਰੱਬ ਨਾਲ ਜੁੜਨ ਦੀ ਇੱਕ ਵਿਧੀ। ਆਪਣੇ ਮਨ ਦੇ ਵਿੱਚ ਰੱਬ ਦਾ ਪ੍ਰੇਮ ਪੈਦਾ ਕਰ ਲੈਣਾ, ਚਾਨਣ ਪੈਦਾ ਕਰ ਲੈਣਾ, ਸੋਝੀ ਪੈਦਾ ਕਰ ਲੈਣੀ ਪ੍ਰਮਾਤਮਾ ਦੀ, ਕਣ ਕਣ ਵਿੱਚ ਵਸਿਆ ਹੋਇਆ ਰੱਬ ਜਾਣ ਲੈਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੇ ਜੋਗੀ, ਜੇ ਅਕਾਲ ਪੁਰਖ ਵਾਹਿਗੁਰੂ ਦੀ ਸਰਬ ਵਿਆਪਕਤਾ ਤੇਰੇ ਲਈ ਆ ਚੂਰਮਾ ਬਣ ਜਾਏ, ਭੁਗਤ ਗਿਆਨ, ਦਇਆ ਭੰਡਾਰਨ, ਤੇ ਦਇਆ ਭੰਡਾਰਨ ਭਾਵ ਦਇਆ ਇਸ ਚੂਰਮੇ ਨੂੰ ਵਰਤਾਉਣ ਵਾਲੀ ਬਣ ਜਾਏ। ਹੁਣ ਇੱਥੇ ਗੱਲ ਸਮਝਿਓ, ਗੁਰੂ ਨਾਨਕ ਸਾਹਿਬ ਨੇ ਇੱਥੇ ਜੋਗੀਆਂ ਨੂੰ ਆਖਿਆ, ਜੋਗੀਓ, ਤੁਹਾਡੇ ਅੰਦਰ ਜੇ ਸਰਬ ਵਿਆਪਕਤਾ ਦਾ ਗਿਆਨ ਪੈਦਾ ਹੋ ਜਾਏ, ਚੂਰਮਾ ਛੱਡੋ, ਉਹ ਤਾਂ ਖਾਂਦੇ ਰਹਿਣਾ ਤੁਸੀਂ, ਪਰ ਜੇ ਸਰਬ ਵਿਆਪਕਤਾ ਦਾ ਗਿਆਨ ਤੁਹਾਡੇ ਅੰਦਰ ਚੂਰਮਾ ਬਣ ਜਾਏ, ਦਇਆ ਉਸ ਚੂਰਮੇ ਨੂੰ ਵਰਤਾਉਣ ਵਾਲੀ ਬਣ ਜਾਏ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡੇ ਵਿੱਚ ਦਇਆ ਦੀ ਬੜੀ ਘਾਟ ਮੈਂ ਵੇਖੀ ਹੈ, ਤੇ ਜਦੋਂ ਤੱਕ ਦਇਆ ਨਹੀਂ ਪੈਦਾ ਹੁੰਦੀ, ਧਰਮ ਤਾਂ ਜੰਮਦਾ ਹੀ ਨਹੀਂ ਨਾ ਅੰਦਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਤੁਹਾਡੇ ਅੰਦਰ ਪ੍ਰਮਾਤਮਾ ਨੂੰ ਚਾਰੇ ਪਾਸੇ ਵੇਖਣ ਦੀ ਦ੍ਰਿਸ਼ਟੀ ਬਣ ਜਾਏ, ਤੁਹਾਡੇ ਅੰਦਰ ਦਇਆ ਪੈਦਾ ਹੋ ਜਾਏ, ਦਇਆ ਭੰਡਾਰਨ, ਭੰਡਾਰਨ ਭਾਵ ਕਿ ਜਿਹੜਾ ਚੂਰਮਾ ਵਰਤਾਉਣ ਵਾਲਾ ਹੈ, ਦਇਆ ਤੁਹਾਡੇ ਅੰਦਰ ਪੈਦਾ ਹੋ ਜਾਏ, ਭਾਵ ਕਿ ਦਇਆ ਇਸ ਗਿਆਨ ਰੂਪ ਚੂਰਮੇ ਨੂੰ ਵਰਤਾਉਣ ਵਾਲੀ ਬਣ ਜਾਏ, ਤੁਹਾਡੇ ਅੰਦਰ ਪੈਦਾ ਕਰਨ ਵਾਲੀ ਬਣ ਜਾਏ। ਘਟ ਘਟ ਵਾਜੇ ਨਾਦ, ਨਾਦ ਭਾਵ ਉਹ ਇੱਕ ਵਾਜਾ ਜਿਹੜਾ ਜੋਗੀ ਵਜਾ ਕੇ ਸਾਰੇ ਨੂੰ ਇਕੱਠੇ ਕਰਦਾ ਹੈ ਵੀ ਚੂਰਮਾ ਤਿਆਰ ਹੈ ਤੇ ਖਾ ਲਓ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਜੇ ਦੁਨੀਆ ਦੇ ਹਰ ਬੰਦੇ ਦੇ ਅੰਦਰ ਵਸਦੀ ਹੋਈ ਰੱਬੀ ਰੌਂ ਜਿਹੜੀ ਕਿ ਜ਼ਿੰਦਗੀ ਨੂੰ ਚਲਾ ਰਹੀ ਹੈ, ਉਹ ਸੁਣਦੀ ਤੁਹਾਡੇ ਅੰਦਰ ਤਾਕਤ ਬਣ ਜਾਏ ਤੇ ਇਹ ਤੁਹਾਡਾ ਵਾਜਾ ਬਣ ਜਾਏ। ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਆਖਿਆ, ਐ ਸਿੱਖਾ, ਇਸ ਚੀਜ਼ ਨੂੰ ਸਮਝੀ
ਕਿ ਦੁਨੀਆ ਦੇ ਹਰ ਇੱਕ ਬੰਦੇ ਵਿੱਚ ਇੱਕ ਆਵਾਜ਼ਾ ਵੱਜ ਰਿਹਾ ਪਵਨ ਦਾ, ਔਰ ਉਹ ਆਵਾਜ਼ੇ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਤੂੰ ਇਹ ਸਮਝੀ ਦੁਨੀਆ ਦੇ ਹਰ ਇੱਕ ਇਨਸਾਨ ਦੇ ਵਿੱਚ ਪਰਮਾਤਮਾ ਸਾਖਸ਼ਾਤ ਵਸਦਾ ਹੈ। ਜੋਗੀ ਜੇ ਐਸਾ ਸਮਝ ਲੇਗਾ ਤੇ ਤੇਰੇ ਆਹ ਆਵਾਜ਼ੇ ਵਜਾਉਣ ਦੀ ਲੋੜ ਨਹੀਂ ਪੈਣੀ, ਕਿਉਂਕਿ ਹਰ ਇੱਕ ਬੰਦੇ ਦੇ ਅੰਦਰ ਇੱਕ ਜ਼ਿੰਦਗੀ ਦੀ ਰੌਂ ਰੂਪ ਆਵਾਜ਼ਾ ਵੱਜ ਰਿਹਾ। ਤੂੰ ਆਪਣੇ ਅੰਦਰ ਇੱਕ ਗਿਆਨ ਪੈਦਾ ਕਰ, ਦਇਆ ਪੈਦਾ ਕਰ, ਸਭਨਾ ਜੀਵਾਂ ਦੇ ਵਿੱਚ ਪਰਮਾਤਮਾ ਨੂੰ ਦੇਖ, ਕਿਉਂਕਿ ਕੋਈ ਵੀ ਪਾਪੀ ਨਹੀਂ ਹੈ, ਸਾਰੇ ਰੱਬ ਨੇ ਪੈਦਾ ਕੀਤੇ ਨੇ। ਤੂੰ ਆਪਣੇ ਆਪ ਨੂੰ ਮਹਾਨ ਸਮਝਣਾ ਬੰਦ ਕਰ ਦੇ, ਫਿਰ ਤੈਨੂੰ ਪਤਾ ਲੱਗੇਗਾ ਦੁਨੀਆ ਦਾ ਕੋਈ ਬੰਦਾ ਪਾਪੀ ਨਹੀਂ। ਜਦੋਂ ਇਨਸਾਨ ਖੁਦ ਨੂੰ ਮਹਾਨ ਸਮਝਣਾ ਸ਼ੁਰੂ ਕਰਦਾ ਏ, ਉਦੋਂ ਉਹਨੂੰ ਦੂਸਰੇ ਦੇ ਵਿੱਚ ਔਗਣ ਦਿਸਣੇ ਸ਼ੁਰੂ ਹੋ ਜਾਂਦੇ ਨੇ। ਔਗਣ ਨਜ਼ਰ ਹੀ ਉਦੋਂ ਆਉਂਦੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਆਪਾਂ ਜ਼ਿਆਦਾ ਮਹਾਨ ਹੋ ਗਏ ਆ। ਹਾਂ, ਸੱਚ ਬੋਲਣਾ ਕੋਈ ਗੁਨਾਹ ਨਹੀਂ ਹੈ। ਕੋਈ ਇਨਸਾਨ ਤੁਹਾਡੇ ਨਾਲ ਧੱਕਾ ਕਰਦਾ ਹੈ, ਬੋਲੋ। ਕਿਤੇ ਕੋਈ ਇਨਸਾਨ ਝੂਠ ਬੋਲ ਰਿਹਾ, ਬੋਲੋ। ਕਿਤੇ ਤੁਹਾਡੀ ਕੌਮ ਨਾਲ ਗਦਾਰੀ ਹੋ ਰਹੀ ਹੈ ਤਾਂ ਬੋਲੋ। ਪਰ ਜੇਕਰ ਤੁਸੀਂ ਆਪਣੇ ਆਪ ਨੂੰ ਹੀ ਦੁਨੀਆ ਦੇ ਸਰਵ ਸ੍ਰੇਸ਼ਟ ਮੰਨਣਾ ਸ਼ੁਰੂ ਕਰ ਦਿਓ ਤੇ ਬਾਕੀ ਸਭ ਤੁਹਾਨੂੰ ਮੂਰਖ ਹੀ ਲੱਗਣਗੇ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਜੋਗੀਓ ਤੁਹਾਡੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਹੈ, ਇਹਨੂੰ ਪਹਿਲਾਂ ਦੂਰ ਕਰ ਲਓ, ਫਿਰ ਆਪ ਨਾਥ ਪਾਪ ਪ੍ਰਮਾਤਮਾ ਜਿਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ ਹੈ, ਕਾਬੂ ਚ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਪ੍ਰਮਾਤਮਾ ਹੀ ਤੁਹਾਡਾ ਨਾਥ ਹੋਵੇ, ਗੋਰਖਨਾਥ ਨਹੀਂ। ਹੁਣ ਵੇਖੋ ਗੁਰੂ ਨਾਨਕ ਸਾਹਿਬ ਦੀ ਕਿੰਨੀ ਕਿਰਪਾ ਕਿ ਜਦੋਂ ਸਤਿਗੁਰੂ ਨੇ ਸਿੱਧਾ ਜੋਗੀ ਨਾਲ ਵਿਚਾਰ ਚਰਚਾ ਕੀਤੀ, ਸਿੱਧਾ ਜੋਗੀਆਂ ਨੂੰ ਸੱਚ ਦੀ ਗੱਲ ਸਮਝਾਈ, ਤੇ ਕਿੱਥੇ ਗੋਰਖ ਮਤਾ ਸ਼ਹਿਰ ਹੁੰਦਾ ਸੀ ਤੇ ਉੱਥੋਂ ਬਦਲ ਕੇ ਬਾਅਦ ਚ ਨਾਨਕ ਮਤਾ ਬਣ ਗਿਆ। ਨਾਨਕ ਮਤਾ ਕਿਵੇਂ ਬਣਿਆ? ਜਦੋਂ ਨਾਨਕ ਦੀ ਮੱਤ ਲੋਕਾਂ ਨੇ ਅਪਣਾਈ, ਜਦੋਂ ਗੁਰੂ ਨਾਨਕ ਦੀ ਮੱਤ ਅਪਣਾਈ, ਗੋਰਖ ਦੀ ਮੱਤ ਨੂੰ ਤਲਾਂਜਲੀ ਦੇ ਕੇ ਹੀ ਗੁਰੂ ਨਾਨਕ ਸਾਹਿਬ ਦੀ ਮੱਤ ਲੋਕਾਂ ਨੇ ਅਪਣਾਈ। ਅੱਜ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀ ਮੱਤ ਨਹੀਂ ਹੈ। ਅਸੀਂ ਗੁਰੂ ਨਾਨਕ ਸਾਹਿਬ ਨੂੰ ਫੋਟੋਆਂ ਵਿੱਚ ਰੱਖਿਆ ਹੈ, ਮੂਰਤੀਆਂ 'ਚ ਰੱਖਿਆ ਹੈ। ਆ ਈਬੇ ਤੇ ਐਮਾਜ਼ੋਨ ਤੇ ਚਲੇ ਜਾਓ, ਕਿੰਨੀਆਂ ਮਹਿੰਗੀਆਂ ਮੂਰਤਾਂ ਗੁਰੂ ਨਾਨਕ ਸਾਹਿਬ ਦੀਆਂ ਤਿਆਰ ਕਰ ਲਈਆਂ, ਲੇਕਿਨ ਗੁਰੂ ਨਾਨਕ ਸਾਹਿਬ ਦੀ ਮੱਤ ਨਹੀਂ ਅਪਣਾ ਪਾਏ। ਗੁਰੂ ਗ੍ਰੰਥ ਸਾਹਿਬ ਦੀ ਨੂੰ ਪੜ੍ਹਿਆ, ਸਮਝਿਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਜ਼ਰੂਰ ਟੇਕਿਆ, ਪੜ੍ਹਿਆ ਵੀ ਜ਼ਰੂਰ ਹੈ, ਪਰ ਸਮਝਿਆ ਨਹੀਂ ਹੈ ਅਸੀਂ। ਕਿੱਥੇ ਉਹ ਧੰਨ ਸੀ ਜੋਗੀ ਜਿਨ੍ਹਾਂ ਨੇ ਕਿਹਾ ਅੱਜ ਤੋਂ ਬਾਅਦ ਇਸ ਸ਼ਹਿਰ ਦਾ ਨਾਮ ਨਾਨਕ ਮਤਾ ਹੋਵੇਗਾ, ਗੋਰਖ ਮਤਾ ਨਹੀਂ। ਇੱਕ ਬੜਾ ਵੱਡਾ ਇਨਕਲਾਬ ਉਸ ਸਮੇਂ ਆ ਗਿਆ ਸੀ ਕਿ ਝੂਠ ਦੀਆਂ ਦੀਵਾਰਾਂ ਖਤਮ ਹੋ ਗਈਆਂ। ਸਤਿਗੁਰੂ ਨੇ ਕਿਹਾ ਸਿੱਧੋ ਤੁਹਾਡਾ ਨਾਥ ਇੱਕੋ ਹੀ ਹੋਣਾ ਚਾਹੀਦਾ ਹੈ, ਪ੍ਰਮਾਤਮਾ ਆਪ ਨਾਥ। ਜਦੋਂ ਤੁਹਾਡਾ ਗੋਰਖਨਾਥ ਨਹੀਂ, ਜਦੋਂ ਤੁਹਾਡਾ ਨਾਥ ਰੱਬ ਬਣ ਜਾਏਗਾ, ਆਪ ਨਾਥ ਨਾਥੀ ਸਭ ਜਾਂ ਕੀ, ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਨੱਥ ਪਾਈ ਹੋਈ ਹੈ, ਆਪਣੇ ਕਾਬੂ 'ਚ ਕੀਤੀ ਹੈ। ਭਾਵ ਅਸੀਂ ਸਾਰੇ ਰੱਬ ਦੇ ਅੰਡਰਾਂ, ਰੱਬ ਦੇ ਕਾਬੂ ਦੇ ਵਿੱਚ ਹਾਂ। ਹੁਕਮੀ ਹੋਵਣ ਕਾਰ ਹੁਕਮ ਨਾ ਕਹਿਆ ਜਾਏ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਤੁਸੀਂ ਲੱਗੇ ਹੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਹੋਰ ਹੀ ਸਵਾਦ ਨੇ, ਤੁਹਾਨੂੰ ਉਲਟ ਪਾਸੇ ਲੈ ਕੇ ਜਾਣਗੇ। ਰਾਤ ਦਿਨ ਸਮਾਧੀਆਂ ਲਗਾ ਕੇ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਤੁਸੀਂ ਪੈਦਾ ਕੀਤੀਆਂ ਨੇ, ਇਹ ਤੁਹਾਨੂੰ ਉਲਟ ਪਾਸੇ ਲੈ ਕੇ ਜਾਣਗੀਆਂ, ਮਾੜੇ ਪਾਸੇ ਲੈ ਕੇ ਜਾਣਗੀਆਂ। ਇਹਨਾਂ ਨੇ ਤੁਹਾਡਾ ਕਦੇ ਵੀ ਪਾਰ ਉਤਾਰਾ ਨਹੀਂ ਕਰਨਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਇਹਨਾਂ ਤੋਂ ਖਹਿੜਾ ਛੁਡਾ ਕੇ ਤੁਸੀਂ ਪ੍ਰਮਾਤਮਾ ਦੇ ਪਾਵਨ ਚਰਨਾਂ ਨਾਲ ਜੁੜੋ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਵੇਂ ਕਾਰ ਚਲਾਵੇਂ। ਸਤਿਗੁਰੂ ਨੇ ਕਿਹਾ ਇਸ ਚੀਜ਼ ਨੂੰ ਸਮਝਿਓ, ਸੰਜੋਗ ਤੇ ਵਿਜੋਗ, ਮਿਲਣਾ ਤੇ ਵਿਛੜਨਾ ਪ੍ਰਮਾਤਮਾ ਦੀ ਇੱਕ ਰਜ਼ਾ ਹੈ। ਕੋਈ ਇਨਸਾਨ ਜੰਮ ਰਿਹਾ, ਕੋਈ ਇਨਸਾਨ ਮਰ ਰਿਹਾ, ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਬਹਿ ਰਿਹਾ, ਕੋਈ ਉੱਠੇ। ਇਹ ਦੁਨੀਆ ਇਦਾਂ ਹੀ ਚੱਲਦੀ ਹੈ। ਸੰਜੋਗ ਤੇ ਵਿਜੋਗ, ਇਹਨਾਂ ਦੋਨਾਂ ਤੋਂ ਸੰਸਾਰ ਤੁਰ ਰਿਹਾ, ਕਾਰ ਚਲਾਵੇਂ। ਇਹ ਦੋਨੋਂ ਹੀ ਤਾਕਤਾਂ ਦੁਨੀਆ ਦੀ ਕਿਰਤ ਚਲਾ ਰਹੀਆਂ ਨੇ, ਦੁਨੀਆ ਨੂੰ ਚਲਾ ਰਹੀਆਂ ਨੇ। ਤੇ ਜੇ ਨਵੇਂ ਪੱਤੇ ਆ ਰਹੇ ਨੇ ਤੇ ਪੁਰਾਣੇ ਜਾ ਰਹੇ ਨੇ, ਪੁਰਾਣੇ ਜਾਣੀਆਂ ਤਾਂ ਨਵੇਂ ਕਿੱਥੋਂ ਹੋਣਗੇ। ਦੁਨੀਆ ਦੀ ਬਿਊਟੀ ਇਹਦੇ ਵਿੱਚ ਹੈ। ਬਜ਼ੁਰਗ ਹੋ ਕੇ ਇਨਸਾਨ ਮਰ ਜਾਂਦਾ ਹੈ, ਫਿਰ ਨਵੇਂ ਨਾਲ ਦੀ ਨਾਲ ਪੈਦਾ ਹੋਈ ਜਾਂਦੇ ਨੇ। ਕੁਦਰਤੀ ਇਹ ਨਾ ਕਿ ਆਪਾਂ ਜਦੋਂ ਵਿਆਹ ਕਰਾਉਂਦੇ ਹਾਂ ਉਸ ਤੋਂ ਬਾਅਦ ਬੱਚੇ ਕਿਉਂ ਪੈਦਾ ਕਰਦੇ ਹਾਂ? ਇਸ ਲਈ ਪੈਦਾ ਕਰਦੇ ਹਾਂ ਕਿ ਅਸੀਂ ਢਲ ਰਹੇ ਹਾਂ, ਖਤਮ ਹੋ ਰਹੇ ਹਾਂ, ਲੇਕਿਨ ਜਾਂਦਿਆਂ ਅਸੀਂ ਇਸ ਕੁਦਰਤ ਦੀ ਸੇਵਾ ਕਰ ਰਹੇ ਹਾਂ। ਇਹ ਪਨੀਰੀ ਵੱਧਦੀ ਜਾ ਰਹੀ ਹੈ, ਫਿਰ ਉਹਨਾਂ ਨੂੰ ਪਾਲਦੇ ਹਾਂ, ਵੱਡਿਆਂ ਕਰਦੇ ਹਾਂ, ਫਿਰ ਉਹਨਾਂ ਦੇ ਗਾਂ ਵਿਆਹ ਹੁੰਦੇ ਨੇ, ਉਹਨਾਂ ਦੇ ਬੱਚੇ ਹੁੰਦੇ ਨੇ, ਉਹ ਮਰਦੇ ਜਾਂਦੇ ਨੇ, ਬੱਚੇ ਹੁੰਦੇ ਜਾਂਦੇ ਨੇ। ਇਹ ਕੁਦਰਤ ਹੈ। ਪੁਰਾਣੇ ਝੜਦੇ ਨੇ, ਨਵੇਂ ਆਉਂਦੇ ਨੇ। ਇਹ ਸੰਜੋਗ ਤੇ ਵਿਜੋਗ, ਮੌਤ ਤੇ ਜਨਮ ਪ੍ਰਮਾਤਮਾ ਦੀ ਹੀ ਇੱਕ ਕੁਦਰਤ ਦਾ
एक अनिखड़वा रंग है, ये ब्यूटी है कुदरत की, याद रखियो। इसलिए धन गुरु नानक साहब ने कहा जोगियो इस चीज को समझ के चलियो, क्योंकि जोगियां दे अंदर एक चीज सी, वो कहते सी लंबी उम्र जीना चाहिए, लंबी उम्र, ते लंबी उम्र दे नाल बहुत कुछ मिलता है। सवाल लंबी उम्र का नहीं, सवाल है चंगे जीवन का। जे 100 साल जू के भी असी एक चंगा काम नहीं किया तो लानता, ते जे 10 साल 15 साल 20 साल जीव लिया चंगे काम किए ने ते वो लेखे लग जानी। 7 ते 9 साल दियां जिंदा नीहां च चिणियां गईयां, अज भी उन्होंने नमस्कारां हुंदियां जे। गुरु नानक साहब ने कहा सदो संजोग ते विजोग, जमना मरना, मिलना विछड़ना, इन्हां दे नाल दुनिया चल रही है। ये दुनिया की ब्यूटी है। संजोग विजोग दो कार चलावे, लेखे आवे भाग, संजोग ते विजोग नाल कायनात चल रही है। जो जो असी माड़े चंगे काम करते हैं उहदे मुताबिक सानू हिस्सा साडा मिली जांदा है। ये पाप ते पुण्य की गल है। माड़े काम करोगे तो माड़ा अंदर होएगा, चंगे करोगे तो चंगा होएगा। चंगियाइयां बुराइयां वाचै धर्म हदूर करमी, आपो अपनी के नेड़े के दूर। चंगियां माड़ियां कम्मां नाल साडी नेड़ता ते दूरी वधदी है। पर जदों असीं गुरु दे कोल अगवाई लेने ते सतगुरु सानू जीवन दा ढंग दसदा है, सतगुरु सानू सच समझाउंदा है। सतगुरु ने क्या कहते, आओ जोगियो आदेश तिसै आदेश, आद अनील अनाद अनाहत जुग जुग एको वेस। उस परमात्मा नू नमस्कार करिए जिहड़ा आद है, सब दा मुੱਢ है, अनील है जिहदे उत्ते कोई दाग नहीं है, जिहड़ा नाश रहत है, जिहड़ा अपने आप तो पैदा होया है, जिहदा कोई मुੱਢ नहीं, पर जिन्हें सब नू पैदा कीता है, जिहड़ा हर एक समय विच एक तरह ही रहिंदा है। उहदे पावन चरनां नाल जोगियो जुड़िए। ते जोगियां ने गुरु नानक साहब दीयां गल्लां नू एक्सैप्ट कीता भी, मन्निया भी, जीवन च धारिया भी। पर की असीं मन रहे हैं? असीं जीवन च धार रहे हैं? पूरी पूरी जिंदगी गुरुद्वारे च जाने हैं, पूरी पूरी जिंदगी नितनेम करते हैं, कि समझ रहे हैं गुरबाणी की कहती है, गुरबाणी का मायना की है। इस पौड़ी चों असीं की सिੱਖਿਆ? अपने जीवन दे विच ज्ञान पैदा करो, ज्ञान दा चानन होएगा, अज्ञानता खत्म होएगी। दया पैदा करो अपने जीवन दे विच, ओदी बहुत कमी है साडे विच। गुरु नानक साहब कहते ने रब दे बनाए हुए नियमां नूं समझो सही तरह दे नाल, सारी कायनात विच वसदे हुए परमात्मा नूं जाणो। जे ऐसा होएगा तो तुसीं सच्चे जोगी हो, ते जे नहीं तो फिर भेख है, जिन्ना मर्जी धारण करी जाओ। इतनियां बेनतियां स्वीकार करनियां, भुल चुक दी खिमा। वाहिगुरू जी का खालसा, वाहिगुरू जी की फतेह।